ਆਪਾਂ ਕਿਸਾਨਾਂ ਦੇ ਵਾਸਤੇ ਬੈਠੇ ਆਪਾਂ, ਪਰ ਕਿਸਾਨ ਨਹੀਂ ਹੈਗੇ, ਪਰ ਆਪਾਂ ਰੋਟੀ ਤੇ ਖਾਂਦੇ ਆ ਤੇ ਇਸ ਲਈ ਕਰਕੇ ਆਪਾਂ ਕਿਸਾਨਾਂ ਦੇ ਨਾਲ ਆ। ਉਹ ਹੈ ਪ੍ਰਧਾਨ ਮੰਤਰੀ ਬਹੁਤ ਝੂਠ ਬੋਲਦਾ ਹੈ, ਬਹੁਤ ਝੂਠਾ ਬੰਦਾ ਹੈ, ਇੱਦਾਂ ਦੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਬਹੁਤ ਝੂਠਾ ਬੰਦਾ ਹੈ। ਤੁਸੀਂ ਲਾਈਕ ਕਰਦੇ ਹੋ ਪ੍ਰਧਾਨ ਮੰਤਰੀ ਨੂੰ? ਆ ਸਵਾਲ ਲਾਈਕ ਕੋਈ ਲਾਈਕ ਨਹੀਂ ਲੂਕ ਨਹੀਂ ਕਰਦੇ, ਆਪਾਂ ਕਿਸਾਨਾਂ ਦੇ ਨਾਲ ਆ। ਮੋਦੀ ਸਿੱਧਾ ਹੀ ਬੰਦਾ ਹੈ। ਇਹ ਰਾਜਾ ਜੇ ਆਪਣੀ ਪਬਲਿਕ ਨੂੰ ਸਹੀ ਨਹੀਂ ਰੱਖ ਸਕਦਾ ਤੇ ਹੋਰ ਕਿਹਨੂੰ ਰੱਖੇਗਾ? ਬਾਨੀ ਡਾਨੀ ਨੂੰ ਰੱਖੇਗਾ। ਹੁਣ ਤੋਂ ਦਾਣਾ ਪਾਣੀ ਕਿਸਾਨਾਂ ਕੋਲੋਂ ਵੀ ਖੋਨਾ ਪਿਆ ਹੈ। ਕਿਹਦੇ ਵਾਸਤੇ ਖੋਨਾ ਪਿਆ? ਤੈਨੂੰ ਕੋਈ ਤੂੰ ਲੇਖਾ ਤੈਨੂੰ ਦੇਣਾ ਪੈਣਾ ਹੀ। सरकार लोगों को, देशवासियों को ये बताया कि इस बिल से देशवासियों को ये फ़ायदा है। सरकार जब खुद ही नहीं बता पा रही तो फिर गुमराह कौन हुआ? गुमराह सरकार है। लेकिन अगर बात की जाए तो वो बोल रहे हैं कि कानून जो है वो वापस कभी भी नहीं हो सकते, जो कानून बन जाते हैं वो कभी वापस नहीं होते। ਤੁਸੀਂ ਦੇਖ ਲਓ BSNL ਅੱਜ ਜੀਓ ਕਿੱਥੇ, ਰਿਲਾਇੰਸ ਕਿੱਥੇ, ਤੁਹਾਡੀ BSNL ਦਾ ਕੀ ਹਾਲ ਹੈ, 에ਅਰ ਇੰਡੀਆ ਦਾ ਕੀ ਹਾਲ ਹੈ, ਰੇਲਵੇ ਦਾ ਕੀ ਹਾਲ ਹੈ, 에ਅਰਪੋਰਟ ਦਾ ਕੀ ਹਾਲ ਹੈ। ਤੁਸੀਂ ਕੀ ਕਰਨਾ ਕੀ ਚਾਹੁੰਦੇ ਹੋ? ਦੇਸ਼ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਚਾਹੁੰਦੇ ਹੋ? ਸਰਕਾਰਾਂ ਕਦੀ ਨਹੀਂ, ਨਾ ਸਿਕੰਦਰ ਰਿਹਾ, ਨਾ ਚੰਗੇਜ਼ ਖਾਨ ਰਿਹਾ, ਨਾ ਸਦਾਮ ਹੁਸੈਨ ਰਿਹਾ, ਨਾ ਮੁਗਲ ਰਹੇ, ਨਾ ਅੰਗਰੇਜ਼ ਰਹੇ। ਤੁਹਾਨੂੰ ਗਰੰਟੀ ਲੈ ਕੇ ਆਏ ਹੋ ਕਿ ਤੁਸੀਂ 100 ਸਾਲ 200 ਸਾਲ 500 ਸਾਲ ਜੀਣਾ। ਕਿਸਾਨ ਅੰਦੋਲਨ ਹੁਣ ਪੂਰੇ ਦੇਸ਼ ਵਿੱਚ ਚਰਮ ਸੀਮਾ ਤੇ ਪਹੁੰਚਦਾ ਜਾ ਰਿਹਾ ਹੈ। ਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ, ਤੇ ਅੰਮ੍ਰਿਤਸਰ ਦੇ ਵਿੱਚ ਵੀ ਅੱਜ ਭੁੱਖ ਹੜਤਾਲ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਕੀਤੀ ਗਈ ਹੈ। ਜੇ ਗੱਲ ਕੀਤੀ ਜਾਵੇ 22 ਦਿਨਾਂ ਤੋਂ ਦਿੱਲੀ ਦੀ ਹਿੱਕ ਦੇ ਉੱਤੇ ਬੈਠੇ ਹੋਏ ਨੇ ਕਿਸਾਨ। ਜੇ ਅਗਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ, ਤੇ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ, ਬੇਸ਼ੱਕ ਸਰਦੀ ਬਹੁਤ ਹੈ, ਲੇਕਿਨ ਜੇ ਅਗਰ ਲੱਗਦਾ ਹੈ ਕਿ ਜੋ ਛੋਟੇ ਛੋਟੇ ਬੱਚੇ ਨੇ ਉਹ ਵੀ ਇੱਥੇ ਮੌਜੂਦ ਨੇ। ਜੇ ਅਗਰ ਗੱਲ ਕੀਤੀ ਜਾਵੇ ਬੀਬੀਆਂ, ਤੇ ਉਹ ਵੀ ਪਹੁੰਚੀਆਂ ਹੋਈਆਂ ਨੇ। ਹੋਰ ਜੇ ਅਗਰ ਗੱਲ ਕੀਤੀ ਜਾਵੇ ਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ। ਲਗਾਤਾਰ ਹੀ ਜਿਹੜਾ ਆ ਉਹ ਭੁੱਖ ਹੜਤਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਜੇ ਅਤੇ ਇਸ ਤੋਂ ਸਾਰਿਆਂ ਨਾਲੋਂ ਵੱਡੀ ਗੱਲ ਇੱਕ ਹੋਰ ਹੈ ਕਿ ਇੱਕ ਮਿਸਾਲ ਜਿਹੜੀ ਆ ਇੱਥੇ ਪੈਦਾ ਕੀਤੀ ਜਾ ਰਹੀ, ਕਿਉਂਕਿ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਜਿਹੜੇ ਨੇ ਉਹ ਇਸ ਪ੍ਰੋਟੈਸਟ ਦੇ ਵਿੱਚ ਜਿਹੜਾ ਆ, ਜਿਹੜੀ ਹੰਗਰ ਸਟ੍ਰਾਈਕ ਹੈ ਉਹਦੇ ਵਿੱਚ ਜਿਹੜਾ ਹਿੱਸਾ ਲੈਣ ਵਾਸਤੇ ਪਹੁੰਚੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਕਿ ਜ਼ਿਆਦਾਤਰ ਗਿਣਤੀ ਜਿਹੜੀ ਆ ਹੁਣ ਨੌਜਵਾਨਾਂ ਦੀ ਵੀ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਨੌਜਵਾਨ ਜਿਹੜਾ ਆ ਉਹ ਰੀੜ੍ਹ ਦੀ ਹੱਡੀ ਜਿਹੜੀ ਆ ਉਹ ਮੰਨੀ ਜਾਂਦੀ ਹੈ। ਔਰ ਲਗਾਤਾਰ ਹੀ ਨੌਜਵਾਨਾਂ ਦੇ ਸਿਰ ਤੇ ਹੀ ਹਰ ਇੱਕ ਅੰਦੋਲਨ ਜਿਹੜਾ ਆ ਉਹ ਕੀਤਾ ਜਾਂਦਾ ਆ। ਅੰਮ੍ਰਿਤਸਰ ਦੇ ਵਿੱਚ ਵੀ ਅੱਜ ਜਿਹੜਾ ਆ ਕਿਸਾਨਾਂ ਦੇ ਹੱਕ ਦੇ ਵਿੱਚ ਹੰਗਰ ਸਟ੍ਰਾਈਕ ਜਿਹੜੀ ਆ ਉਹ ਕੀਤੀ ਗਈ ਆ। ਔਰ ਛੋਟੇ ਛੋਟੇ ਬੱਚੇ ਜਿਹੜੇ ਨੇ ਇਸ ਹੰਗਰ ਸਟ੍ਰਾਈਕ ਦੇ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਹੋਏ ਨੇ। ਔਰ ਲਗਾਤਾਰ ਉਹਨਾਂ ਦਾ ਇਹੀ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੋ ਤਿੰਨੇ ਖੇਤੀ ਕਾਨੂੰਨ ਬਣਾਏ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਛੋਟੇ ਬੱਚਾ ਸਾਡੇ ਨਾਲ ਮੌਜੂਦ ਹੈ, ਗੱਲ ਕਰ ਲੈਂਦੇ ਆ। ਬੇਟਾ ਕੀ ਨਾਮ ਹੈ ਤੁਹਾਡਾ? ਸਾਹਿਬ ਸਿੰਘ। ਸਾਹਿਬ ਸਿੰਘ ਜੀ, ਅੱਜ ਹੰਗਰ ਸਟ੍ਰਾਈਕ ਤੇ ਬੈਠੇ ਹੋ, ਕੀ ਕਹਿਣਾ ਚਾਹੋਗੇ? ਕਿੰਨਾ ਦੇ ਵਾਸਤੇ ਤੁਸੀਂ ਬੈਠੇ ਹੋ? ਆਪਾਂ ਕਿਸਾਨਾਂ ਦੇ ਵਾਸਤੇ ਬੈਠੇ ਆਪਾਂ, ਪਰ ਕਿਸਾਨ ਨਹੀਂ ਹੈਗੇ, ਪਰ ਆਪਾਂ ਰੋਟੀ ਤੇ ਖਾਂਦੇ ਆ ਤੇ ਇਸ ਲਈ ਕਰਕੇ ਆਪਾਂ ਕਿਸਾਨਾਂ ਦੇ ਨਾਲ ਆ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਕੇਂਦਰ ਸਰਕਾਰ ਨੂੰ ਮੈਂ ਸੁਨੇਹਾ ਦੇਣਾ ਚਾਹੁੰਦਾ, ਜੇ ਇਹਨੇ 3 ਬਿੱਲ ਪਾਸ ਕੀਤੇ ਆ ਉਹ ਛੇਤੀ ਤੋਂ ਛੇਤੀ ਰੱਦ ਕਰੇ, ਜਾਂ ਨਹੀਂ ਤਾਂ ਸਾਰਾ ਪੰਜਾਬ ਜਿਹੜਾ ਉੱਜੜ ਜਾਏਗਾ, ਸਾਰਾ ਇੰਡੀਆ ਉੱਜੜ ਜਾਏਗਾ। ਸਾਰੇ ਬੰਦੇ ਇੰਡੀਆ ਤੇ ਸਾਰਾ ਫੋਰਨ ਚੱਲ ਜਾਏਗਾ, ਇੱਥੇ ਦੀ ਮਹਿੰਗਾਈ ਬਹੁਤ ਜ਼ਿਆਦਾ ਹੋਈ ਨਹੀਂ ਹੈ। ਇਸ ਕਰਕੇ ਕੇਂਦਰ ਸਰਕਾਰ ਨੂੰ ਰਿਕੁਐਸਟ ਹੈ ਕਿ ਇਹ ਛੇਤੀ ਤੋਂ ਛੇਤੀ ਆ ਜਿਹੜੇ 3 ਬਿੱਲ ਹੈਗੇ ਆ ਰੱਦ ਕਰੇ ਜਾਣ। ਬੇਟਾ, ਇਹਨਾਂ ਨੂੰ ਇਸ ਜਿਹੜਾ ਪ੍ਰਦਰਸ਼ਨ ਹੈ ਇਹਨੂੰ ਅਲੱਗ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ BJP ਵੱਲੋਂ। ਇੱਕ ਵੱਲ ਕੋਈ ਆ ਰਿਹਾ ਸੀਗਾ ਕਿ ਇਹ 'ਚ ਖਾਲਿਸਤਾਨੀ ਵੜ ਗਏ ਨੇ, ਕੋਈ ਕਹਿ ਰਿਹਾ ਸੀਗਾ ਇਹ 'ਚ ਪਾਕਿਸਤਾਨ ਤੋਂ ਫੰਡਿੰਗ ਹੋ ਰਹੀ ਹੈ। ਕਿਸ ਤਰ੍ਹਾਂ ਵੇਖਦੇ ਹੋ? ਕਿ ਲੱਗਦਾ ਕਿ ਮੂਵਮੈਂਟ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਰੀ? ਆਹੋ, ਇਹ ਮੂਵਮੈਂਟ ਚੇਂਜ ਹੈ। ਲੋਕਾਂ ਨੂੰ ਕਹਿਣਾ ਚਾਹੁੰਦੇ ਕਿ ਇਹ ਸ਼ਿਦਾਈ ਬੰਦੇ ਹੈਗਾ, ਇਹਨਾਂ ਨੂੰ ਪਰੇ ਕਰੋ, ਆਪਾਂ ਸਰਕਾਰ ਦੇ ਨਾਲ ਹੈਗਾ। ਸਾਰਾ ਮੋਦੀ ਦਾ ਖੇਲ ਹੈਗਾ, ਸਾਰਾ ਮੋਦੀ ਬਹੁਤ ਫੇਕ ਇਨਸਾਨ ਹੈਗਾ। ਲੇਕਿਨ ਉਹ ਤਾਂ ਕਹਿੰਦੇ ਕਿ ਅਸੀਂ ਬਹੁਤ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਕਿ ਇਸ ਤਰ੍ਹਾਂ ਦਾ ਕਦੀ ਪ੍ਰਧਾਨ ਮੰਤਰੀ ਨਹੀਂ ਕਦੀ ਹੋਇਆ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਫੈਸਲੇ ਲਿੱਤੇ ਨੇ, ਬੜੇ ਵਧੀਆ ਫੈਸਲੇ ਲਿੱਤੇ ਜਿਨ੍ਹਾਂ ਨੇ। ਉਹ ਇਹ ਪ੍ਰਧਾਨ ਮੰਤਰੀ ਬਹੁਤ ਝੂਠ ਬੋਲਦਾ, ਬਹੁਤ ਝੂਠਾ ਬੰਦਾ ਹੈਗਾ, ਇੱਦਾਂ ਦੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਬਹੁਤ ਝੂਠਾ ਬੰਦਾ। ਤੁਸੀਂ ਲਾਈਕ ਕਰਦੇ ਹੋ ਪ੍ਰਧਾਨ ਮੰਤਰੀ ਨੂੰ? ਆ ਸਵਾਲ ਲਾਈਕ ਕੋਈ ਲਾਈਕ ਨਹੀਂ ਲੂਕ ਨਹੀਂ ਕਰਦੇ, ਆਪਾਂ ਕਿਸਾਨਾਂ ਦੇ ਨਾਲ ਆ। ਮੋਦੀ ਸਿੱਧਾ ਹੀ ਬੰਦਾ ਹੈਗਾ। ਸੋ ਤੁਸੀਂ ਵੇਖਿਆ ਕਿ ਬੱਚਿਆਂ ਦੇ ਵਿੱਚ ਵੀ ਕਾਫੀ ਗੁੱਸਾ ਆ, ਔਰ ਸਾਡੀਆਂ ਜਿਹੜੀਆਂ ਮਾਤਾਵਾਂ ਨੇ, ਕਿਉਂਕਿ ਮਾਵਾਂ ਦਾ ਰੋਲ ਜਿਹੜਾ ਹੈ ਸਭ ਨਾਲੋਂ ਜਿਹੜਾ ਅਹਿਮ ਮੰਨਿਆ ਜਾਂਦਾ ਹੈ। ਔਰ ਲਗਾਤਾਰ ਹੀ ਅੰਦੋਲਨ ਦਾ ਸਾਥ ਵੀ ਦਿੰਦੇ ਹੋਏ ਮਾਵਾਂ ਜਿਹੜੀਆਂ ਨੇ ਉਹ ਬੈਠੀਆਂ ਹੋਈਆਂ ਨੇ ਧਰਨੇ ਦੇ ਵਿੱਚ। ਕੁਝ ਬੜੇ ਗਲਤ ਟਿੱਪਣੀਆਂ ਵੀ ਜਿਹੜੀਆਂ ਨੇ ਉਹ ਵੀ ਇੱਥੇ ਕੀਤੀਆਂ ਗਈਆਂ ਸੀਗੀਆਂ। ਲੇਕਿਨ ਇੱਕ ਲੇਡੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ। ਬੀਜੀ, ਕੀ ਨਾਮ ਹੈ ਤੁਹਾਡਾ? ਸੁਜੀਤ ਕੌਰ। ਤੁਸੀਂ ਵੀ ਅੱਜ ਭੁੱਖ ਹੜਤਾਲ 'ਤੇ ਬੈਠੇ ਹੋ, ਬੜੀ ਉਮਰ ਹੈ ਤੁਹਾਡੀ, ਕੀ ਲੱਗਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ ਕਿਸਾਨਾਂ ਬਾਰੇ? ਕਿਉਂਕਿ
ਬੱਚੇ ਵੀ ਬੈਠੇ, ਬਜ਼ੁਰਗ ਵੀ ਬੈਠੇ ਨੇ ਔਰ ਜਿਹੜੇ ਨੌਜਵਾਨ ਉਹ ਵੀ ਬੈਠੇ ਹੋਏ ਨੇ। ਹਾਂਜੀ ਬਿਲਕੁਲ ਪ੍ਰਧਾਨ ਮੰਤਰੀ ਨੂੰ ਸੋਚਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਿੰਨੇ ਮਹੀਨੇ ਹੋ ਗਏ ਕਿਸਾਨਾਂ ਨੂੰ ਸੜਕਾਂ ਤੇ ਰੁਲਦਿਆਂ ਨੂੰ, ਇਹਨੂੰ ਕੋਈ ਧਿਆਨ ਰੱਖਣਾ ਚਾਹੀਦਾ ਹੈ। ਇਹ ਪਬਲਿਕ ਵਾਸਤੇ ਕਾਹਦਾ ਇਹ ਪ੍ਰਧਾਨ ਮੰਤਰੀ ਹੈ, ਇਹ ਰਾਜਾ ਹੈ। ਇਹ ਰਾਜਾ ਜੇ ਆਪਣੀ ਪਬਲਿਕ ਨੂੰ ਸਹੀ ਨਹੀਂ ਰੱਖ ਸਕਦਾ ਤੇ ਹੋਰ ਉਹ ਕਿਹਨੂੰ ਰੱਖੇਗਾ, ਬਾਨੀ ਡਾਨੀ ਨੂੰ ਰੱਖੇਗਾ। ਇਹਨੂੰ ਕੋਈ ਧਿਆਨ ਚਾਹੀਦਾ ਹੈ, ਇਹਨੂੰ ਤਰਸ ਕਰਨਾ ਚਾਹੀਦਾ ਹੈ। ਇਹਦੇ ਕੋਲ ਤਰਸ ਹੈ ਹੀ ਨਹੀਂ। ਇੰਨੇ ਲੋਕ ਸੜਕਾਂ ਤੇ, ਬੱਚੇ, ਬੁੱਢੇ, ਜਵਾਨ ਸਭ ਰੁਲਦੇ ਪਏ ਸੜਕਾਂ ਦੇ ਉੱਤੇ। ਤੂੰ ਘਰ ਬੈਠਾ ਆਪਣਾ ਸੁੱਤਾ ਹੈ, ਤੈਨੂੰ ਇਹ ਕਾਨੂੰਨ ਵਾਪਸ ਲੈਣਾ ਪੈਣਾ ਹੈ। ਲਏਗਾ ਤੇ ਚੰਗਾ ਰਹੇਗਾ, ਨਹੀਂ ਤੇ ਤੇਰਾ ਬੇੜਾ ਗਰਕ ਹੋ ਜਾਏਗਾ। ਉਹ ਹਮੇਸ਼ਾ ਕਹਿੰਦੇ ਰਹਿੰਦੇ ਕਿ ਇਤਨੇ 70 ਸਾਲਾਂ ਵਿੱਚ ਕਾਂਗਰਸ ਨੇ ਬੇੜਾ ਗਰਕ ਕਰਤਾ ਸੀਗਾ ਦੇਸ਼ ਦਾ। ਕਿਆ ਲੱਗਦਾ ਹੈ ਕਿ ਜੋ 7 ਸਾਲਾਂ ਦੇ ਵਿੱਚ ਨਹੀਂ ਕਾਂਗਰਸ ਕਰ ਸਕੀ, ਇਹਨਾਂ 7 ਸਾਲਾਂ 'ਚ ਕਰਤਾ? ਇਹਨੂੰ ਕੀ ਇਹਨੇ ਕੁਛ ਤਾਂ ਕਹਿਣਾ ਹੀ ਹੈ, ਕਿਸੇ ਨੂੰ ਤਾਂ ਬਲੇਮ ਇਹਨੇ ਦੇਣਾ ਹੀ ਹੈ ਨਾ। ਜੇ ਤੈਨੂੰ ਲੱਗਦਾ ਸੀ ਕਾਂਗਰਸ ਨੇ ਇਹ ਕਾਨੂੰਨ ਪਾਸ ਕੀਤੇ ਆ, 23-24 ਸਾਲ ਤੋਂ ਬੋਲਣਾ ਪਿਆ ਹੈ, ਤੇ ਤੈਨੂੰ ਤੇ ਧਰਮ ਦਾ ਸੋਚਣਾ ਚਾਹੀਦਾ ਸੀ, ਤੈਨੂੰ ਪਬਲਿਕ ਦਾ ਸੋਚਣਾ ਚਾਹੀਦਾ ਸੀ। ਤੂੰ ਤਾਂ ਸਗੋਂ ਕਿਸਾਨਾਂ ਦੀ ਜ਼ਮੀਨ ਖੋਹ ਲਈ ਹੈ। ਤੈਨੂੰ ਤੇ ਧਿਆਨ 'ਚ ਰੱਖਣਾ ਚਾਹੀਦਾ ਸੀ ਨਾ ਕਿ ਮੈਂ ਕਾਨੂੰਨ ਨਹੀਂ ਪਾਸ ਕਰਨਾ। ਤੇ ਤੂੰ ਸਿਆਣਾ ਕਾਹਦਾ ਆ, ਤੂੰ ਕਾਹਦਾ ਬੈਠਾ? ਤੂੰ ਤਖਤ ਦੇ ਲਾਇਕ ਹੀ ਨਹੀਂ ਹੈਗਾ। ਰਾਜਾ ਹੁੰਦਾ ਤਖਤ ਦੇ ਲਾਇਕ, ਜਿਹੜਾ ਨਿਆਂ ਕਰੇ। ਤੂੰ ਬੇਨਿਆਂ ਕੀਤਾ ਹੈ। ਤੂੰ ਜਨਤਾ ਦਾ ਕੋਈ ਨਿਆਂ ਨਹੀਂ ਕੀਤਾ। ਜਨਤਾ ਤੜਫਦੀ ਪਈ ਹੈ, ਜਨਤਾ ਭੁੱਖੀ ਮਰਦੀ ਪਈ ਹੈ। ਤੂੰ ਹਰ ਚੀਜ਼ ਮਹਿੰਗੀ ਕੀਤੀ ਹੈ, ਤੂੰ ਰਸੋਈ ਮਹਿੰਗੀ ਕੀਤੀ ਹੈ, ਹਰ ਚੀਜ਼ ਤੂੰ ਮਹਿੰਗੀ ਕੀਤੀ। ਹੁਣ ਤੂੰ ਦਾਣਾ ਪਾਣੀ ਕਿਸਾਨਾਂ ਕੋਲੋਂ ਵੀ ਖੋਨਾ ਪਿਆ ਹੈ। ਕਿਹਦੇ ਵਾਸਤੇ ਖੋਨਾ ਪਿਆ? ਤੈਨੂੰ ਕੋਈ ਤੂੰ ਲੇਖਾ ਤੈਨੂੰ ਦੇਣਾ ਪੈਣਾ ਹੀ। ਇਹ ਇੰਨੀ ਪਬਲਿਕ ਤੜਫਦੀ ਪਈ ਹੈ, ਠੰਡਾ ਕੜਕਦੀਆਂ ਪਈਆਂ ਠੰਡ ਦੇ ਨਾਲ ਹੱਡੀਆਂ, ਤੇ 80-80 ਸਾਲ ਦੇ 90-90 ਸਾਲ ਦੇ ਬਜ਼ੁਰਗ ਸੜਕਾਂ ਤੇ ਰੁਲਦੇ ਪਏ ਨੇ। ਤੈਨੂੰ ਇਹ ਮਤੇ ਵਾਪਸ ਤੈਨੂੰ ਲੈਣੇ ਪੈਣੇ ਆ। ਇੱਕ ਕੰਗਨਾ ਨਰਾਵਤ ਵੱਲੋਂ ਵੀ ਬੜਾ ਬਿਆਨ ਦਿੱਤਾ ਗਿਆ, ਕਹਿੰਦੀ 100 ਰੁਪਏ ਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਉਹ ਧਰਨੇ ਵਿੱਚ ਸ਼ਾਮਿਲ ਹੋ ਰਿਹਾ। ਕਾਫੀ ਬੀਬੀਆਂ ਸਾਡੀਆਂ ਤੇ ਭੈਣਾਂ ਵੀ ਬੈਠੀਆਂ ਨੇ, ਉਹ ਵੀ ਇਸ ਧਰਨੇ 'ਚ। ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦੇ ਬਿਆਨ ਨੂੰ? ਨਹੀਂ, ਉਹਨੇ ਗਲਤ ਕੀਤਾ। ਉਹ ਵੀ ਸਾਡੀ ਧੀਆਂ ਵਰਗੀ ਹੈ, ਸਾਡੀ ਬੇਟੀਆਂ ਵਰਗੀ ਹੈ। ਜਿਹੜੀਆਂ ਮਾਵਾਂ ਬੈਠੀਆਂ ਹੀ ਆ, ਜਿੰਨੇ ਨੂੰ ਕਿਹਾ 100 ਰੁਪਏ ਤੋਂ ਦਿਹਾੜੀ ਤੋਂ ਬੈਠੀਆਂ, ਉਹਨੂੰ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ। ਉਹਨੇ ਬੜੀ ਗਲਤੀ ਕੀਤੀ ਹੈ। ਉਹ ਗਲਤੀ ਦਾ ਅਹਿਸਾਸ ਸਾਡੇ ਯੰਗ ਜਿਹੜੇ ਬੇਟੇ ਆ ਉਹ ਇਹਨੂੰ ਜਵਾਬ ਦਿੰਦੇ ਪਏ ਆ। ਇਹਨੂੰ ਹੁਣ ਸ਼ਰਮ 'ਚ ਡੁੱਬ ਕੇ ਮਰ ਜਾਣਾ ਚਾਹੀਦਾ। ਤੁਸੀਂ ਦੇਖਿਆ ਕਿ ਜਿਹੜੀ ਭੁੱਖ ਹੜਤਾਲ ਹੈ ਲਗਾਤਾਰ ਹੀ ਇੱਥੇ ਵੀ ਜਾਰੀ ਕੀਤੀ ਗਈ ਔਰ ਵੱਖਰਾ ਇੱਕ ਜਿਹੜੀ ਆ ਚਿਹਰਾ ਵੇਖਣ ਨੂੰ ਮਿਲ ਰਿਹਾ, ਕਿਉਂਕਿ ਜਿੱਥੇ ਇੱਕ ਪਾਸੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਇੱਕ ਪਾਸੇ ਲੱਗੀ ਹੋਈ ਹੈ ਕਿ ਸਿਰਫ ਕਾਨੂੰਨਾਂ ਨੂੰ ਜਿਹੜਾ ਆ ਸਹੀ ਦੱਸਿਆ ਜਾ ਸਕੇ। ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤੇ ਹਰ ਇੱਕ ਵਰਗ ਜਿਹੜਾ ਆ ਉਹ ਕਿਸਾਨਾਂ ਦੀ ਜਿਹੜੀ ਹੈ ਉਹ ਨਾਲ ਸਾਥ ਦਿੰਦਾ ਹੋਇਆ ਨਜ਼ਰ ਆ ਰਿਹਾ। ਗੱਲ ਕੀਤੀ ਜਾਵੇ ਮੁਸਲਮਾਨ ਭਾਈਚਾਰੇ ਦੀ ਤੇ ਉਹ ਵੀ ਅੱਜ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਹੋਏ ਨੇ। ਗੱਲਬਾत कर लेने हैं। सर, क्या कहना चाहेंगे आप? आज यहाँ पर पहुँचे हैं और लगातार ही प्रदर्शन जो है वो भी चरम सीमा पर है। अभी 22 दिन हो गए दिल्ली में भी किसानों को धरने में बैठे हुए, और क्या कैसे देखते हैं आप सब जो धरना प्रदर्शन चल रहा है और इसको अलग रूप भी देने की कोशिश भी की गई थी? देखिए, ये अब सिर्फ खाली किसानों का मसला नहीं रह गया, ये जन आंदोलन बन चुका है। इस वक्त पूरे देश के लोग जो हैं इस हकूमत के ख़िलाफ़ हो चुके हैं, लेकिन हकूमत जो है सिर्फ कुछ अपने मित्रों को खुश करने के लिए जो भी ये पॉलिसियाँ लेके आ रही है। अब कृषि बिल लेके आई है, सरकार कह रही है कि किसानों को समझ नहीं आ रहा, किसान गुमराह हो गए हैं। लेकिन सरकार आज तक हमें कब कैसे समझा सके? कम से कम सरकार लोगों को, देशवासियों को ये बताए कि इस बिल से देशवासियों को ये फ़ायदा है। सरकार जब खुद ही नहीं बता पा रही तो फिर गुमराह कौन हुआ? गुमराह सरकार है और वो जानबूझ के लोगों को गुमराह करने की कोशिश कर रही है। असल में वजह यही है कि वो उन कारपोरेट घरानों के चक्कर में फंस चुकी है जिनसे पैसा लेकर ये लोग इलेक्शन लड़ते थे। आज उनको खुश करने के लिए ये लोग देश के किसानों को बलि चढ़ाने पर तुले हुए हैं और हम ऐसा कभी नहीं होने देंगे। आज देश की जनता किसानों के साथ खड़ी है और ये लड़ाई हम सब की है। इस हुकूमत को इसमें झुकना पड़ेगा। आप बोल रहे हो कि देश की लड़ाई हो चुकी है, लेकिन इसको अलग रूप देने की कोशिश की जा रही है। इसको बोला जा रहा है खालिस्तान की मूवमेंट भी है। अब कह दिया गया है कि चाइना और पाकिस्तान से फंडिंग हो रही है इस पर। देखिए, बीजेपी की जो पॉलिसी है, बीजेपी की एक्चुअली पॉलिसी वही है कि फूट डालो और राज करो। शुरू से ही वो इसी पॉलिसी के ऊपर चलते रहे हैं।
उसी पॉलिसी को चलाते हुए वो 2 सीट से आज 350 सीट तक पहुँचे हैं। ये हमारी मुल्क की बदकिस्मती है कि अगर हमारे मुल्क का एक बड़ी खूबसूरत एक गुलदस्ता सेक्युलरिज्म है, क्योंकि हमारा मुल्क जो है वो विविधताओं वाला देश है। यहाँ पर बहुत सारे मज़हब के लोग हैं। 130 करोड़ की आबादी में हिंदू भी हैं, सिख भी हैं, मुसलमान भी हैं, ईसाई भी हैं, और सरकार जो है वो उसी ताने बाने को ख़त्म करने के चक्कर में है। इसीलिए वो ऐसी पॉलिसियाँ लेके आती है। अब जब जिनकी नींव, जिनके जो पिलर जो हैं उनके उस फ़िरका परस्ती के ऊपर खड़े हुए हैं, तो यकीनन बात है कि जब देश की जनता इकट्ठी होगी तो वो उस इत्तेहाद को, उस एकता को तोड़ने के लिए उसके अंदर अपना जो मसाला जो है वो खालिस्तानी का और पाकिस्तानी का वो ज़रूर उसमें मिक्स करने की कोशिश करते हैं। हालांकि ऐसा कुछ नहीं है। वो सरकार हिल चुकी है, चाहे कुछ भी हो, चाहे वो कहें हम पीछे नहीं हटेंगे, लेकिन अंदर खाते सरकार हिल चुकी है। सरकार जानती है कि जब जनता का जन सैलाब इकट्ठा होता है तो बड़ी से बड़ी हुकूमतें हिल जाती हैं। लेकिन अगर बात की जाए तो वो बोल रहे हैं कि कानून जो है वो वापस कभी भी नहीं हो सकते, जो कानून बन जाते हैं वो कभी वापस नहीं होते। कैसे देखते हैं आप इसको? क्यों कानून वापस नहीं हो? कानून किसके लिए है? कानून हमारे लोगों के लिए है, और हमें लग रहा है वो कानून हमारे लिए सही नहीं, तो कानून वापसी क्यों नहीं होगा? आखिर सरकार के दिल में कौन सा चोर है? क्या चोर है सरकार के दिल में कि सरकार जो है ये कहती है कि बिल वापस क्यों नहीं होगा? देखो, कानून है आम जनता के लिए। कानून जो बनाया जाता है वो आम जनता की सहूलत के लिए बनाया जाता है। आम जनता को प्रोटेक्शन देने के लिए, आम जनता को सुरक्षा देने के लिए कानून बनाए जाते हैं। अगर उस कानून से आम जनता को सुरक्षा नहीं मिल रही, किसानों का कृषि बिल लेके आए, किसान कहते हैं हमें ये नहीं पसंद, हमें हमारे हक में सही नहीं है, और सरकार उसको साबित भी नहीं कर पा रही कि वो किस तरह से किसानों के हक में, तो सरकार उसको वापसी ले। ये यहाँ पे देखो, डिक्टेटरशिप तो है नहीं, भारत है, यहाँ पे लोकतंत्र है, और लोकतंत्र रहेगा। लोकतंत्र को हम ख़त्म नहीं होने देंगे। ये सरकार ज़रूर चाह रही है कि यहाँ पे लोकतंत्र ख़त्म हो जाए, लेकिन ऐसा नहीं होगा। संसद का सत्र इस हुकूमत ने ख़त्म कर दिया। सिर्फ अपने उसको मालूम था कि अगर संसद का सत्र होगा तो वहाँ पे ज़रूर कृषि बिल की आवाज़ उठेगी, लेकिन उन्होंने उसको भी ख़त्म कर दिया। लेकिन हमें उम्मीद है कि हम सब लोग इकट्ठे हैं तो इस हुकूमत को झुकना पड़ेगा, और इसका जो लोकतंत्र है वो कायम रहेगा, और डिक्टेटरशिप यहाँ पे कायम नहीं होगी। मोदी और अमित शाह से देश नहीं है, देश भारत के लोगों से है। लेकिन उनको एक और भी शक है, उनको लग रहा है कि अगर ये कानून वापस ले लिए तो शायद धारा 370 ना ख़त्म करनी पड़े, जो उन्होंने पहले से फैसला लिया। उसके लिए भी वो सोच रहे हैं कि शायद और जो फैसले लिए गए वो वापस ना करने पड़े। नहीं, ऐसा देखिए, हुकूमत बार बार ऐसे बिल लेके क्यों आ रही, ऐसा काम कर ही क्यों रही है जिससे इस वक्त आप देखिए, इस वक्त क्या हमारे पास यही मुद्दे रह गए कि हम धारा 370 पे चले जाएं, हम राम मंदिर पे चले जाएं, हम जो है ये कृषि बिल पे चले जाएं? इस वक्त मुद्दा क्या है? लॉकडाउन लगने के बाद आप आम भारतीय लोगों के घरों की हालत देखें। इस वक्त लोगों के पास खाने के लिए भी जो है वो अन्न और पैसा नहीं है। आज ज़रूरत हमें इस बात की थी कि हम लोगों के घरों को देखते, ऐसी सब्सिडी देते, ऐसा पैसा मार्केट के अंदर निकालते कि लोगों तक पैसा पहुंचा और गरीब वर्ग जो है वो अपना पेट भर सकता। लेकिन उसके बजाय ये गंदी हुकूमत, इतनी हम तो यही कहेंगे कि ये हुकूमत गंदी हुकूमत है। ये 1000 करोड़ रुपए लगा के पार्लियामेंट की नई संसद भवन को बना रही। क्या ज़रूरत थी संसद भवन बनाने की इस वक्त, जबकि लोगों के पास पैसा नहीं? लोगों की ज़रूरत का ध्यान रखना था कि वो संसद भवन बनानी थी। तो ये हुकूमत, ये मोदी जी ने कहा था कि मैं जो हूँ एक फ़कीर हूँ, मैं फ़कीर हूँ, मैंने 35 साल जो है वो भिक्षा मांग के गुजारा की है। जो आदमी 35 साल भिक्षा मांग के गुजारा कर रहा है और वो अब आज पैसा आने के बाद हज़ारों करोड़ों रुपया जो है वो पानी की तरह बहा रहा है, तो ये बहुत अफसोस की बात है। हमें जागना पड़ेगा, हमारे देश के लोगों को जागना पड़ेगा और समझना पड़ेगा अगर ये हुकूमत इसी तरह से चलती रहे तो ये मुल्क के लिए हानिकारक है। तुम देख सकते हो कि इस धरने की खूबसूरती है, क्योंकि लगातार ही हिंदू मुसलमान करके ਜਿਹੜਾ ਆ ਉਹ ਦੇਸ਼ ਨੂੰ ਲੜਾਇਆ ਜਾ ਰਿਹਾ ਸੀਗਾ। ਲੇਕਿਨ ਬਹੁਤ ਸੋਹਣੀਆਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ, ਕਿਉਂਕਿ ਨੌਜਵਾਨ ਦੇ ਨਾਲ ਨਾਲ ਬਜ਼ੁਰਗ ਅਤੇ ਕਈ ਜਿਹੜੇ ਨੌਜਵਾਨ ਨੇ ਉਹ ਵੀ ਇੱਥੇ ਮੌਜੂਦ ਨੇ, ਔਰ ਮੁਸਲਮਾਨ ਕਮਿਊਨਿਟੀ ਸਾਡੀ ਜਿਹੜੀ ਹੈ ਉਹ ਵੀ ਬਿਲਕੁਲ ਨਾਲ ਬੈਠੀ ਹੋਈ ਹੈ। ਔਰ ਕਹਿਣਾ ਉਹਨਾਂ ਦਾ ਇਹੀ ਹੈ ਕਿ ਜਿੰਨੀ ਦੇਰ ਤੱਕ ਇਹ ਤਿੰਨੇ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਨਹੀਂ ਕਰ ਦਿੱਤੇ ਨੇ ਜਾਂਦੇ, ਤਦ ਤੱਕ ਇਸੇ ਤਰ੍ਹਾਂ ਹੀ ਜਿਹੜੇ ਪ੍ਰਦਰਸ਼ਨ ਉਹ ਜਾਰੀ ਰਹਿਣਗੇ। ਜੇਕਰ ਗੱਲ ਕੀਤੀ ਜਾਵੇ, ਇਹ ਅਲੱਗ ਤਰੀਕੇ ਦਾ ਜਿਹੜਾ ਵਾ ਅੰਦੋਲਨ ਜਿਹੜਾ ਆ ਉਹ ਵੱਖਰਾ ਜਿਹੜਾ ਰੂਪ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ
ਸਾਫ਼ ਇੱਕ ਛੋਟੇ ਜਿਹੇ ਟਰੈਕਟਰ ਟਰਾਲੀਆਂ ਬਣਾਈਆਂ ਗਈਆਂ ਨੇ। ਇੱਕ ਸਿੰਬੋਲਿਕ ਮੈਸੇਜ ਦੇਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਹੈ ਕਿ ਬੇਸ਼ੱਕ ਕਿਸਾਨਾਂ ਦੇ ਬੱਚੇ ਨਹੀਂ ਹੈਗੇ ਆ, ਲੇਕਿਨ ਕਿਸਾਨੀ ਦੇ ਨਾਲ ਆ, ਕਿਉਂਕਿ ਨੋ ਫਾਰਮਰ ਨੋ ਫੂਡ ਦਾ ਜਿਹੜਾ ਆ ਹਰ ਇੱਕ ਸਲੋਗਨ ਜਿਹੜਾ ਆ ਪੂਰੇ ਵਿਸ਼ਵ ਵਿੱਚ ਜਿਹੜਾ ਆ ਉਹ ਪ੍ਰਚਲਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਔਰ ਲਗਾਤਾਰ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਕਈ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਉਹ ਵੀ ਵਿਚਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਤੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਉੱਤੇ ਪੂਰਨ ਵਿਚਾਰ ਜਿਹੜਾ ਆ ਜ਼ਰੂਰ ਕਰਨਾ ਚਾਹੀਦਾ ਆ, ਕਿਉਂਕਿ ਲਗਾਤਾਰ ਹੀ ਕਿਸਾਨਾਂ ਵੱਲੋਂ 22 ਦਿਨਾਂ ਤੋਂ ਜਿਹੜਾ ਆ ਦਿੱਲੀ ਜਿਹੜੇ ਆ ਬੈਠ ਕੇ ਧਰਨਾ ਪ੍ਰਦਰਸ਼ਨ ਜਿਹੜਾ ਆ ਉਹ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਨਾਲ ਹੀ ਜਿਹੜਾ ਹੁਣ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਕਾਫੀ ਲੋਕ ਜਿਹੜੇ ਨੇ ਉਹ ਹੰਗਰ ਸਟ੍ਰਾਈਕ ਤੇ ਬੈਠੇ ਹੋਏ ਨੇ। ਔਰ ਇਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਦਿੱਲੀ ਜਾ ਕੇ ਬੇਸ਼ੱਕ ਅਸੀਂ ਨਹੀਂ ਸਾਥ ਦੇ ਸਕਦੇ, ਲੇਕਿਨ ਜਿਸ ਜਗ੍ਹਾ ਤੇ ਬੈਠੇ ਹਾਂ ਉੱਥੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਉਹਨਾਂ ਦਾ ਸਾਥ ਦਿੰਦੇ ਹੋਏ ਵੀ ਅੱਗੇ ਵਧ ਸਕਦੇ ਹਾਂ, ਕਿਉਂਕਿ ਲਗਾਤਾਰ ਹੀ ਕਿਸਾਨ ਜਿਹੜੇ ਨੇ ਉਹ ਆਪਣੀ ਜਿਹੜਾ ਆ ਮੰਗ ਨੂੰ ਲੈ ਕੇ ਜਿਹੜੀਆਂ ਜਾਇਜ਼ ਉਹਨਾਂ ਦੇ ਮੁਤਾਬਿਕ ਜੋ ਜਾਇਜ਼ ਮੰਗਾਂ ਨੇ ਉਹਨਾਂ ਦੇ ਲੈ ਕੇ ਹੀ ਜਿਹੜਾ ਆ ਉਹ ਪ੍ਰੋਟੈਸਟ ਵੀ ਕੀਤੇ ਜਾ ਰਹੇ ਨੇ। ਕਾਫੀ ਬਜ਼ੁਰਗ ਜਿਹੜੇ ਨੇ ਉਹ ਪ੍ਰਦਰਸ਼ਨ ਦੇ ਵਿੱਚ ਜਿਹੜੇ ਨੇ ਸ਼ਾਮਿਲ ਹੋਏ ਨੇ, ਲੇਕਿਨ ਇੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਜਗ੍ਹਾ ਦੇ ਉੱਤੇ ਵੀ ਲਗਾਤਾਰ ਹੀ ਪ੍ਰੋਟੈਸਟ ਜਿਹੜਾ ਆ ਉਹ ਵੀ ਕੀਤਾ ਜਾ ਰਿਹਾ ਔਰ ਲਗਾਤਾਰ ਹੀ ਮਹਿਲਾਵਾਂ ਪੁਰਸ਼ ਅਤੇ ਜਿਹੜੇ ਨੌਜਵਾਨ ਨੇ ਕਾਫੀ ਇੱਥੇ ਭਾਰੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ। ਹਾਲਾਂਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਜੀਓ ਦਾ ਬਾਈਕਾਟ ਕਰਨ ਦੀ ਜਿਹੜੀ ਆ ਉਹ ਵੀ ਗੱਲ ਜਿਹੜੀ ਆ ਕੀਤੀ ਜਾ ਰਹੀ ਹੈ ਅਤੇ ਕਿਹਾ ਹੀ ਜਾ ਰਿਹਾ ਵਾ ਕਿ ਜਿਹੜਾ ਹੈਗਾ ਆ ਕਿ ਲਗਾਤਾਰ ਹੀ ਜੀਓ ਦਾ ਜਿਹੜਾ ਆ ਬਾਈਕਾਟ ਜਿਹੜਾ ਕੀਤਾ ਜਾਵੇ ਤਾਂ ਜੋ ਕਿ ਜੀਓ ਨੂੰ ਅਤੇ ਅੰਬਾਨੀ ਅਡਾਨੀ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਾਨੀ ਜਿਹੜੀ ਆ ਉਹ ਪਹੁੰਚਾਈ ਜਾ ਸਕੇ। ਗੁਰਿੰਦਰਜੀਤ ਸਿੰਘ ਰਿਸ਼ੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਰਹੇ ਨੇ। ਰਿਸ਼ੀ ਜੀ, ਲਗਾਤਾਰ ਹੀ ਸਿੰਬੋਲਿਕ ਤਰੀਕੇ ਦੇ ਨਾਲ ਇੱਕ ਬੜਾ ਵਧੀਆ ਮੈਸੇਜ ਦਿੱਤਾ ਜਾ ਰਿਹਾ, ਬੇਸ਼ੱਕ ਕਿਸਾਨਾਂ ਦੇ ਬੱਚੇ ਨਹੀਂ ਹੈਗੇ ਲੇਕਿਨ ਟਰੈਕਟਰ ਟਰਾਲੀ ਹੱਲ ਬੱਚੇ ਨਾਲ ਮੌਜੂਦ ਨੇ, ਮਹਿਲਾਵਾਂ ਮੌਜੂਦ ਨੇ ਨਾਲ। ਕੀ ਕਹਿਣਾ ਚਾਹੋਗੇ ਕਿਸਾਨੀ ਨੂੰ ਲੈ ਕੇ ਲਗਾਤਾਰ ਜਿਹੜਾ ਆ ਪ੍ਰੋਟੈਸਟ ਜਿਹੜਾ ਅੱਜ ਕੀਤਾ ਜਾ ਰਿਹਾ? ਦੇਖੋ ਜੀ, ਕਿਸਾਨੀ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਹੈ, ਮੈਂ ਜ਼ਮੀਨ ਮੇਰੇ ਕੋਲ ਨਹੀਂ ਗਈ ਪਰ ਜ਼ਮੀਰ ਤੇ ਹੈਗਾ ਨਾ, ਮੈਂ ਰੋਟੀ ਤੇ ਖਾਣਾ ਨਾ, ਮੈਨੂੰ ਪਤਾ ਹੈ ਕਿ ਕਿਸਾਨ ਕਿੰਨੀ ਮਜਬੂਰੀ ਤੇ ਕਿੰਨੀ ਧੁੱਪ ਤੇ ਕਿੰਨੀ ਠੰਡ ਦੇ ਵਿੱਚ ਇਹ ਅੰਨ ਨੂੰ ਉਗਾਉਂਦੇ ਨੇ। ਇਸ ਦੇ ਬਾਵਜੂਦ ਜਦੋਂ ਉਹਨਾਂ ਦੀ ਕਣਕ ਦਾ ਕੰਮ ਹੁੰਦਾ ਤੇ ਉਹ ਰੁਲਦੀ ਕਿਵੇਂ ਆ, ਉਹਨਾਂ ਨੂੰ ਪੂਰਾ ਉਹਦਾ MSP ਨਹੀਂ ਮਿਲਦਾ, ਕਈ ਸਟੇਟਾਂ 'ਚ ਤਾਂ ਬਿਲਕੁਲ ਹੀ ਨਹੀਂ ਮਿਲਦਾ। ਤੇ ਮੋਦੀ ਜੀ ਨੂੰ ਇਹ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਨੇ, ਨਾ ਜਿੱਦ ਕਰਨ। ਮੰਨ ਲਿੱਤਾ ਕਿ ਕਾਰਪੋਰੇਟ ਘਰਾਣੇ ਦਾ ਥੋੜਾ ਨੁਕਸਾਨ ਹੋਏਗਾ ਪਰ ਦੇਸ਼ ਦੇ ਉੱਪਰ ਕੁਝ ਨਹੀਂ ਹੈ। ਦੇਸ਼ ਦੇ ਨੁਕਸਾਨ ਤੋਂ ਜਿਹੜਾ ਪਿਆਰਾ ਤੁਹਾਨੂੰ ਕਾਰਪੋਰੇਟ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਜੇ ਉਹਨਾਂ ਨੇ ਜ਼ਮੀਨਾਂ ਪਹਿਲਾਂ ਖਰੀਦ ਲਈਆਂ ਸੀ, ਜੇ ਉਹਨਾਂ ਨੇ ਪਹਿਲਾਂ ਉੱਥੇ ਸੈਲੋ ਬਣਾ ਲਏ ਨੇ ਤੇ ਉਹਨਾਂ ਦੇ ਤੁਸੀਂ 6 ਮਹੀਨੇ ਪਹਿਲਾਂ ਕਰੋਨਾ ਕਾਲ 'ਚ ਅਧਿਨਿਯਮ ਬਣਾ ਲਏ ਨੇ ਤੇ ਉਹਨਾਂ ਨੂੰ ਵਾਪਸ ਲੈ ਲਓ। ਕੀ ਫਰਕ ਪੈਂਦਾ? ਕਿਸਾਨ ਇੰਨੇ ਸ਼ਹਾਦਤਾਂ ਵਿਚਾਰੇ ਰੋਜ਼ ਕੋਈ ਨਾ ਕੋਈ ਸ਼ਹੀਦ ਹੋ ਰਿਹਾ। ਤੁਹਾਨੂੰ ਸ਼ਹਾਦਤ ਨੂੰ ਦੇਖਦਾ ਹੋਇਆ ਭਾਈ ਰਾਮ ਸਿੰਘ ਜੀ ਨੇ ਇੰਨਾ ਦੁੱਖ ਦੇ ਕੇ ਉਹਨਾਂ ਕੋਲ ਕੁਰਬਾਨੀ ਦੇ ਦਿੱਤੀ ਉਹਨਾਂ ਨੇ ਆਪਣੀ, ਤੁਹਾਨੂੰ ਫੇਰ ਵੀ ਸ਼ਰਮ ਨਹੀਂ ਆਈ। ਤੁਸੀਂ ਕੱਲ ਫੇਰ ਮੀਡੀਆ 'ਚ ਗੋਦੀ ਮੀਡੀਆ ਦੇ ਸਾਹਮਣੇ ਆ ਕੇ ਝੂਠ ਤੇ ਝੂਠ ਬੋਲਦੇ ਰਹੇ ਹੋ ਔਰ ਇੰਨਾ ਝੂਠ, ਇੰਨੇ ਸਪਸ਼ਟ ਤਰੀਕੇ ਨਾਲ ਝੂਠ ਬੋਲ ਰਹੇ, ਜਨਤਾ ਤੁਹਾਡਾ ਵਿਸ਼ਵਾਸ ਨਹੀਂ ਕਰਦੀ। ਪਿਛਲੇ 6-7 ਸਾਲਾਂ 'ਚ ਤੁਸੀਂ ਜਿੰਨਾ ਝੂਠ ਬੋਲਿਆ ਉਹਦਾ ਕੋਈ ਵੀ ਰਿਜ਼ਲਟ ਸਾਨੂੰ ਨਿਕਲ ਕੇ ਨਹੀਂ ਆਇਆ। ਤੁਸੀਂ ਦੇਖ ਲਓ BSNL, ਅੱਜ ਜੀਓ ਕਿੱਥੇ, ਰਿਲਾਇੰਸ ਕਿੱਥੇ, ਸਾਡੀ BSNL ਦਾ ਕੀ ਹਾਲ ਹੈ, 에ਅਰ ਇੰਡੀਆ ਦਾ ਕੀ ਹਾਲ ਹੈ, ਰੇਲਵੇ ਦਾ ਕੀ ਹਾਲ ਹੈ, 에ਅਰਪੋਰਟ ਦਾ ਕੀ ਹਾਲ ਹੈ। ਤੁਸੀਂ ਕੀ ਕਰਨਾ ਕੀ ਚਾਹੁੰਦੇ ਹੋ? ਦੇਸ਼ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਚਾਹੁੰਦੇ ਹੋ? ਤੁਹਾਡੀ ਕਿਸੇ ਗੱਲ ਦਾ ਤੁਹਾਨੂੰ ਵਿਸ਼ਵਾਸ ਨਹੀਂ। ਤੁਸੀਂ ਇਹ 3 ਕਾਲੇ ਕਾਨੂੰਨ ਵਾਪਸ ਲਓ। ਸਾਨੂੰ ਸੰਸ਼ੋਧਨ ਮਨਜ਼ੂਰ ਨਹੀਂ ਹੈ। ਸੰਸ਼ੋਧਨ ਅੱਜ ਕਰ ਲੈ, ਕੱਲ ਫੇਰ ਕਰ ਲੋਗੇ। ਅੰਦੋਲਨ ਥੋੜਾ ਰੋਜ਼-ਰੋਜ਼ ਹੋਣੇ ਆ। ਤੁਸੀਂ ਜ਼ਮੀਰ ਦੀ ਗੱਲ ਕੀਤੀ, ਤੁਹਾਡੀ ਜ਼ਮੀਰ ਜਾਗੀ, ਬੱਚਿਆਂ ਦੀ ਜ਼ਮੀਰ ਜਾਗੀ, ਮਾਤਾਵਾਂ ਦੀ ਜ਼ਮੀਰ ਜਾਗੀ, ਮੋਦੀ ਦੀ ਜ਼ਮੀਰ ਕਿਉਂ ਨਹੀਂ ਜਗ ਪਾ ਰਹੀ? ਉਹਦਾ ਚਿਹਰਾ ਕੱਲ ਦੇਖਣ ਵਾਲਾ ਸੀ। ਜਿਹੜੇ ਬੋਡੀ ਲੈਂਗੁਏਜ ਰੀਡ ਕਰਦੇ ਨੇ ਉਹਨਾਂ ਨੂੰ ਦੇਖਣਾ ਚਾਹੀਦਾ, ਇਹਨਾਂ ਦੇ ਸ਼ਬਦ ਕੁਝ ਹੋਰ ਬੋਲ ਰਹੇ ਨੇ ਔਰ ਚਿਹਰਾ ਕੁਝ ਹੋਰ ਬੋਲ ਰਿਹਾ। ਉਹ ਟੈਨਸ਼ਨ 'ਚ ਨੇ ਕਿ ਮੈਂ ਕਰਾਂ ਤੇ ਕਰਾਂਗੀ। ਹੁਣ ਉਹ ਸੱਪ ਦੇ ਮੂੰਹ 'ਚ ਕੋੜ ਕਿੱਲੀ ਆ, ਨਾ ਸੁੱਟੀ ਜਾ ਰਹੀ ਹੈ ਨਾ ਲੰਗੀ ਜਾ ਰਹੀ ਹੈ। ਲੇਕਿਨ BJP ਦੇ ਕਈ ਜਿਹੜੇ ਲੋਕ ਨੇ ਉਹ ਵੀ ਦਬੀ ਜ਼ਬਾਨ ਨਾਲ ਬੇਸ਼ੱਕ ਇਹਦਾ ਵਿਰੋਧ ਕਰਦੇ ਪਏ ਨੇ ਲੇਕਿਨ ਸਾਹਮਣੇ ਨਹੀਂ ਆ ਪਾ ਰਹੇ। ਰਿਸ਼ੀ ਜੀ, ਕੀ ਕਾਰਨ ਕੀ ਸਮਝਦੇ? ਦੇਖੋ ਜੀ, ਇਹੀ ਸਮਾਜ ਦੀ ਨਲਾਇਕੀ ਹੈ ਕਿ ਝੂਠ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਜਿਹੜਾ ਮਾਦਾ ਹੈ, ਜਿਹੜਾ ਤਿਆਗ ਕਰਨ ਦੀ ਭਾਵਨਾ ਹੈ, ਉਹ ਕਿਉਂ ਨਹੀਂ ਲੋਕਾਂ 'ਚ ਜਾਗਰੂਕ ਹੁੰਦੀ? ਇਸੇ ਕਰਕੇ ਅਸੀਂ ਇਹ ਪਲੇਟਫਾਰਮ ਦਿੱਤਾ। ਮੇਰੇ ਅੰਮ੍ਰਿਤਸਰ ਦੇ ਸਾਰੇ BJP ਭਰਾਵਾਂ ਨੂੰ, ਜਿਹੜੇ ਵੋਟਰ ਵੀ ਨੇ, ਜਿਹੜੇ ਗਲੀਆਂ ਮੁਹੱਲਿਆਂ ਦੇ ਵਿੱਚ ਰਹਿਣ ਵਾਲੇ ਨੇ, ਇਹ ਸਪੋਰਟ, ਇਹ ਪਲੇਟਫਾਰਮ ਉਹਨਾਂ ਲਈ ਬਿਲਕੁਲ ਆਓ ਭਗਤ ਉਹਨਾਂ ਦੀ ਕੀਤੀ ਜਾਏਗੀ। ਉਹਨਾਂ ਨੂੰ ਸਨਮਾਨ ਨਾਲ ਇੱਥੇ ਭਾਇਆ ਜਾਏਗਾ ਔਰ ਉਹ ਪ੍ਰੋਟੈਸਟ ਕਰਨ, ਆਪਣੀ ਸਰਕਾਰ ਨੂੰ ਕਹਿਣ ਵੀ ਨਾ ਵੀ ਸਾਨੂੰ ਇਹ ਕਾਨੂੰਨ ਵਾਪਸ ਲਓ। ਹਿੱਤ 'ਚ ਵੀ ਹੈਗੇ ਤਾਂ ਵੀ ਵਾਪਸ ਲਓ, ਨਹੀਂ ਹਿੱਤ 'ਚ ਹੈਗੇ ਤਾਂ ਵੀ ਵਾਪਸ ਲਓ। ਸਾਨੂੰ ਇਹ ਕਾਨੂੰਨ ਵਾਪਸ ਚਾਹੀਦੇ, ਕਿਉਂਕਿ ਕਾਨੂੰਨਾਂ 'ਚ ਤੇ ਸੰਸ਼ੋਧਨ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਕਾਨੂੰਨ ਸੰਵਿਧਾਨ ਦਾ ਇੱਕ ਹਿੱਸਾ ਹੁੰਦੇ ਨੇ ਔਰ ਸੰਸ਼ੋਧਨ ਜਿਹੜੇ ਆ ਉਹ ਜਦੋਂ ਮਰਜ਼ੀ ਚੇਂਜ ਕਰ ਸਕਦੇ ਹੋ। ਕੈਬਨਿਟ ਦੀ ਮੀਟਿੰਗ ਬੁਲਾਓ, ਸੰਸ਼ੋਧਨ ਫਿਰ ਚੇਂਜ ਕਰ ਲਓ। ਸੰਸ਼ੋਧਨ ਨਹੀਂ ਚਾਹੀਦੇ, ਕਾਨੂੰਨ ਚਾਹੀਦਾ ਸਾਨੂੰ। ਲੇਕਿਨ BJP ਕਹਿ ਰਹੀ ਕਿ ਕਿਸੇ ਤਰੀਕੇ ਦੇ ਨਾਲ ਵੀ ਇਹ ਜਿਹੜੇ ਬਿੱਲ ਆ ਵਾਪਸ ਨਹੀਂ ਹੋ ਸਕਦੇ, ਕਿਉਂਕਿ ਜਿਹੜੇ ਬਿੱਲ ਇੱਕ ਵਾਰੀ ਪਾਸ ਹੋ ਜਾਂਦੇ ਇਹਦਾ ਬੜਾ ਲੰਮਾ ਟਨਿਓਰ ਹੈ ਜਿਹਨੂੰ ਵਾਪਸ ਲੈਣ ਵਾਸਤੇ। ਸਾਰੀਆਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਸੈਸ਼ਨ ਬੁਲਾਓ,
ਕਰੋਨਾ ਦਾ ਚਰਮ ਕਾਲ ਤੇ ਤੁਸੀਂ ਸੈਸ਼ਨ ਬੁਲਾ ਲਿਆ, ਅੱਜ ਤੁਸੀਂ ਬਹਾਨਾ ਕਰੋਨਾ ਕਾਲ ਦਾ ਲਾ ਲਿਆ। ਤੁਹਾਨੂੰ ਪਤਾ ਹੈ ਕਿ ਵਿਰੋਧ ਬਹੁਤ ਬੁਰੀ ਤਰ੍ਹਾਂ ਚੱਲਣਾ ਪਏਗਾ। ਤੁਹਾਨੂੰ ਡਰ ਹੈ ਉਹ ਬੀਜੇਪੀ ਸਰਕਾਰਾਂ ਜਿਹੜੀਆਂ ਬਾਕੀ ਥਾਵਾਂ ਤੇ ਬੈਠੀਆਂ ਨੇ ਜਿੱਥੇ ਕਿਸਾਨ ਬਾਹਰ ਨਿਕਲਣਾ ਚਾਹੁੰਦੇ ਨੇ, ਸਿਰਫ ਹਰਿਆਣੇ ਤੋਂ ਇਲਾਵਾ ਇਹ ਬਾਕੀ ਤੁਸੀਂ ਨੱਪ ਰਹੇ ਉਹ ਵੀ ਨਿਕਲ ਕੇ ਆ ਜਾਣੀ ਹੈ। ਤੁਹਾਨੂੰ ਉਹ ਪ੍ਰੋਬਲਮ ਹੋ ਰਹੀ ਹੈ। ਤੁਸੀਂ ਇਹਨਾਂ ਤੋਂ ਪ੍ਰੋਬਲਮ ਤੋਂ ਨਜਿੱਠਣ ਲਈ ਤੁਹਾਡੇ ਕੋਲ ਸਭ ਤੋਂ ਸੌਖਾ ਹੱਲ ਹੈਗਾ, ਵਾਪਸ ਲੈ ਲਓ ਕਾਲੇ ਕਾਨੂੰਨ। ਇਹ ਕਾਲੇ ਕਾਨੂੰਨਾਂ ਦਾ ਹੋਰ ਕੋਈ ਵੀ ਹੱਲ ਨਹੀਂ ਹੁੰਦਾ। ਤੁਸੀਂ ਨਹੀਂ ਵਾਪਸ ਲਓਗੇ, ਜਿੱਦ ਚੜੀ ਹੈ ਬੀਜੇਪੀ ਜੇ ਜਿੱਦ ਚੜੀ ਹੈ ਤਾਂ ਉਹਨੂੰ ਇਤਿਹਾਸ ਫਰੋਲਣਾ ਚਾਹੀਦਾ। ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਹੈ, ਉਹਨਾਂ ਦੀ ਸ਼ਹੀਦੀ ਕਰਕੇ ਹੀ ਤੁਸੀਂ ਇਹ ਰਾਜ ਭੋਗ ਰਹੇ ਹੋ, ਨਹੀਂ ਤੇ ਸ਼ਾਇਦ ਅੱਜ ਮੁਗਲਾਂ ਦੇ ਕੋਲ ਹੀ ਹੋਣਾ ਸੀ ਸਾਰਿਆਂ ਨੇ, ਅੱਜ ਅੰਗਰੇਜ਼ਾਂ ਦੇ ਕੋਲ ਹੀ ਹੋਣਾ ਸੀ ਸਾਰਿਆਂ ਨੇ, ਜੇ ਪੰਜਾਬੀ ਅੱਗੇ ਲੱਗ ਕੇ ਪੰਜਾਬੀਅਤ ਅੱਗੇ ਖੜੀ ਨਾ ਹੋ ਕੇ ਪੂਰੇ ਦੇਸ਼ ਦੀ ਅਗਵਾਈ ਨਾ ਕਰਦੀ। ਕੀ ਸੋਚਦੇ ਹੋ ਤੁਸੀਂ? ਮਹਾ ਮੂਰਖ ਬਣਾਉਣ ਲੱਗੇ ਹੋ ਸਾਨੂੰ। ਅਸੀਂ ਮੂਰਖ ਬਣਨ ਵਾਲੀ ਕੌਮ ਨਹੀਂ ਆ। ਸਾਡੇ ਬੱਚੇ ਦੇਸ਼ਾਂ ਵਿਦੇਸ਼ਾਂ 'ਚ ਪੜ੍ਹਦੇ ਨੇ, ਸਾਨੂੰ ਹਰ ਤਰ੍ਹਾਂ ਦੀ ਸਮਝ ਲੱਗਦੀ ਹੈ। ਉੱਥੋਂ ਦੀ ਕੈਬਨਿਟ 'ਚ ਨੇ ਸਾਡੇ ਬੱਚੇ, ਪੰਜਾਬੀਅਤ ਦੇ ਬੱਚੇ। ਤੁਸੀਂ ਸ਼ਰਮ ਕਰੋ, ਸਾਨੂੰ ਮੂਰਖ ਨਾ ਬਣਾਓ, ਲੋਕਾਂ ਨੂੰ ਮੂਰਖ ਨਾ ਬਣਾਓ। ਅਸੀਂ ਗੋਦੀ ਮੀਡੀਆ ਦਾ ਤੇ ਬਹਿਸ਼ਕਾਰ ਕਰਦੇ ਹੀ ਕਰਦੇ ਹਾਂ। ਉਹ ਨਾ ਹੋਵੇ ਕਿ ਤੁਹਾਡਾ ਪੂਰਨ ਤੌਰ ਤੇ ਬਹਿਸ਼ਕਾਰ ਕੀਤਾ ਜਾਵੇ। ਅੱਜ ਵੀ ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਹੱਥ ਜੋੜ ਕੇ ਅਪੀਲ ਹੈ, ਜਨਤਾ ਦੀ ਆਵਾਜ਼ ਸੁਣੋ, ਇਹਨਾਂ ਛੋਟੇ ਛੋਟੇ ਬੱਚਿਆਂ ਦੀ ਆਵਾਜ਼ ਸੁਣੋ, ਉੱਥੇ ਬੈਠੇ ਛੋਟੇ ਛੋਟੇ ਬੱਚਿਆਂ ਦੀ ਆਵਾਜ਼ ਸੁਣੋ। ਠੰਡ ਬਹੁਤ ਹੈ, ਪੋਹ ਦੀ ਮਹੀਨਾ ਹੈ, ਪੋਹ ਦਾ ਮਹੀਨਾ, ਪਰ ਅਸੀਂ ਕੌਮ ਡਰਨ ਵਾਲੀ ਨਹੀਂ ਹੈ। ਤੁਸੀਂ ਨਾ ਮੰਨੋ, ਅੰਗਰੇਜ਼ 9 ਮਹੀਨੇ 'ਚ ਮੰਨ ਗਏ, ਇਹੀ ਤੁਸੀਂ 90 ਮਹੀਨਿਆਂ 'ਚ ਨਹੀਂ ਮੰਨੋਗੇ ਤੇ ਸਹੀ। ਲੇਕਿਨ ਵੱਖਰਾ ਇੱਕ ਪ੍ਰੋਪੋਗੰਡਾ ਚਲਾਇਆ ਜਾ ਰਿਹਾ। 8 ਤਰੀਕ ਨੂੰ ਬੰਦ ਦੀ ਕਾਲ ਕੀਤੀ ਗਈ, ਬੀਜੇਪੀ ਦਾ ਆਈਟੀ ਸੈੱਲ ਪੂਰਾ ਦਿਖਾਉਣ ਨੂੰ ਲੱਗ ਗਿਆ ਕਿ ਸਿਰਫ ਪੰਜਾਬ ਹੀ ਬੰਦ ਸੀਗਾ, ਬਾਕੀ ਹੋਰ ਕਿਸੇ ਜਗ੍ਹਾ ਤੇ ਬੰਦ ਨਹੀਂ ਲੱਗਾ। ਬੀਜੇਪੀ ਨਾਲ ਇੱਕ ਬਹੁਤ ਤਗੜਾ ਝੂਠ ਦਾ ਬੁਲੰਦਾ, ਉਹ ਰਾਜਨੀਤੀ ਦੇ ਇੱਕ ਦਾਅ ਪੇਚ ਹੁੰਦੇ ਨੇ, ਉਹਨੂੰ ਚਲਾ ਰਿਹਾ ਕਿ ਲੋਕਾਂ ਦਾ ਧਿਆਨ ਬਾਰ-ਬਾਰ ਭਟਕਾਣਾ ਕੀਤੇ ਆ। ਬਾਰ-ਬਾਰ ਇੱਕ ਗੱਲ ਨੂੰ ਲਗਾਤਾਰ ਦਿਖਾਈ ਜਾਓ। ਸਾਰਾ ਗੋਦੀ ਮੀਡੀਆ ਉਹਨਾਂ ਕੋਲ ਹੈ, ਰਾਜ ਸਭਾ ਦੀਆਂ ਟਿਕਟਾਂ ਉਹਨਾਂ ਨੂੰ ਮਿਲ ਗਈਆਂ, ਗੋਦੀ ਮੀਡੀਆ ਦੇ ਜਿਹੜੇ ਹੈਗੇ ਨੇ ਮੇਨ ਉਹਨਾਂ ਦੇ ਓਨਰ ਨੇ। ਤੇ ਕੀ ਲੋਕਾਂ ਨੂੰ ਸਮਝ ਨਹੀਂ ਲੱਗਦੀ? ਜਿਹੜਾ ਬੰਦਾ ਦੇਸ਼ ਸੇਵਾ ਕਰਦਾ, ਉਹ ਤਿਆਗ ਕਰਦਾ, ਉਹ ਆਪਣਾ ਖੂਨ ਦਿੰਦਾ, ਆਪਣਾ ਪਸੀਨਾ ਦਿੰਦਾ, ਆਪਣੀ ਰੋਜੀ ਰੋਟੀ ਛੱਡਦਾ, ਆਪਣਾ ਹਰ ਕੁਝ ਛੱਡਦਾ, ਦੇਸ਼ ਲਈ ਲੜਦਾ। ਤੁਸੀਂ ਤਾਂ ਉਲਟਾ ਕੰਮ ਕੀਤਾ। ਦੇਸ਼ ਭਗਤੀ ਕਾਹਦੀ ਹੈ ਤੁਹਾਡੀ? ਤੁਸੀਂ ਤਾਂ ਕਾਰਪੋਰੇਟ ਘਰਾਣਿਆਂ ਦਾ ਘਰ ਭਰ ਰਹੇ ਹੋ। ਤੁਹਾਨੂੰ ਉੱਥੋਂ ਦੇ ਕਿਸਾਨ ਨਜ਼ਰ ਨਹੀਂ ਆਏ, ਤੁਹਾਨੂੰ ਉਹਨਾਂ ਦਾ ਬੱਚਾ ਜੰਮਿਆ ਨਜ਼ਰ ਆ ਗਿਆ ਮੁਕੇਸ਼ ਅੰਬਾਨੀ ਦਾ। ਇੱਕ ਪਰਿਵਾਰ ਕਰਕੇ ਤੁਸੀਂ ਪੂਰਾ ਦੇਸ਼ ਨਾਰਾਜ਼ ਕਰ ਰਹੇ ਹੋ, 2 ਪਰਿਵਾਰਾਂ ਕਰਕੇ ਤੁਸੀਂ ਪੂਰਾ ਕਿਸਾਨਾਂ ਨੂੰ ਰੋਲ ਰਹੇ ਹੋ। ਥਾਂ ਥਾਂ ਦੇ ਉੱਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਮੋਦੀ ਜੀ। ਸਰਕਾਰਾਂ ਕਦੀ ਨਹੀਂ, ਨਾ ਸਿਕੰਦਰ ਰਿਹਾ, ਨਾ ਚੰਗੇਜ਼ ਖਾਨ ਰਿਹਾ, ਨਾ ਸਦਾਮ ਹੁਸੈਨ ਰਿਹਾ, ਨਾ ਮੁਗਲ ਰਹੇ, ਨਾ ਅੰਗਰੇਜ਼ ਰਹੇ। ਤੁਹਾਨੂੰ ਗਰੰਟੀ ਲੈ ਕੇ ਆਏ ਹੋ ਕਿ ਤੁਸੀਂ 100 ਸਾਲ 200 ਸਾਲ 500 ਸਾਲ ਜੀਣਾ। ਨਾ ਕਰੋ ਇਦਾਂ। ਸੁਪਰੀਮ ਕੋਰਟ ਦੀ ਹੁਣ ਇੰਟਰਫੇਰੈਂਸ ਹੋਈ ਆ, ਉਹਨਾਂ ਲੱਗਦਾ ਕੋਈ ਹੱਲ ਨਿਕਲ ਪਾਏਗਾ ਇਸ ਚੀਜ਼ ਦਾ? ਦੇਖੋ ਜੀ, ਸੁਪਰੀਮ ਕੋਰਟ ਬਾਰੇ ਕਿਸਾਨਾਂ ਦੇ ਜਿਹੜੇ ਆਗੂ ਨੇ, ਵਕੀਲ ਸਾਹਿਬਾਨ, ਜਿਹੜਾ ਉਹਨਾਂ ਨੇ ਪੈਨਲ ਤਿਆਰ ਕੀਤਾ, ਉਹੀ ਇਹਦਾ ਦਾਅ ਪੇਚ ਸਮਝ ਸਕਦੇ ਨੇ। ਹੋ ਸਕਦਾ ਹੈ ਵੀ ਉਹਨਾਂ ਦਾ ਆਪਣਾ ਹੀ ਦਾਅ ਪੇਚ ਹੋਵੇ, ਕਿਉਂਕਿ ਜਿੰਨੀ ਮੈਨੂੰ ਸਿਆਸਤ ਦੀ ਸਮਝ ਆ, ਜਿਹੜੀ ਚੀਜ਼ ਉਹਨਾਂ ਨੇ ਅਪੀਲ ਹੀ ਨਹੀਂ ਕੀਤੀ ਕਿਸਾਨਾਂ ਨੇ, ਸੁਪਰੀਮ ਕੋਰਟ ਪਹੁੰਚ ਕਿੱਦਾਂ ਗਏ? ਤੇ ਜੇ ਸੁਪਰੀਮ ਕੋਰਟ ਕੋਈ ਭੇਜੀਆਂ ਜਥੇਬੰਦੀਆਂ ਤੇ ਫਿਰ ਉੱਥੋਂ ਦੇ ਵਕੀਲ ਦੇਖਣਗੇ ਕਿ ਇਹਦਾ ਦਾਅ ਪੇਚ ਕੀ ਹੈ ਤੇ ਕਿਵੇਂ ਹੈ ਤੇ ਕਿੱਦਾਂ ਹੈ। ਸੋ ਇਹ ਸਨ ਅੰਮ੍ਰਿਤਸਰ ਦੇ ਕਈ ਜਿਹੜੇ ਨੇ ਸਮਾਜ ਸੇਵੀ ਅਤੇ ਉਹਨਾਂ ਵੱਲੋਂ ਜਿਹੜਾ ਆ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜੀ ਆ ਉਹ ਹੰਗਰ ਸਟ੍ਰਾਈਕ ਜਿਹੜੀ ਹੈ ਉਹ ਕੀਤੀ ਗਈ ਆ। ਤੇ ਲਗਾਤਾਰ ਹੀ ਇੱਥੇ ਅੱਜ ਲਗਾਤਾਰ ਹੀ ਜਿਹੜਾ ਉਹ ਬੱਚਿਆਂ ਦੇ ਨਾਲ ਜਿਹੜਾ ਮਹਿਲਾਵਾਂ ਦੇ ਨਾਲ ਕਈ ਲੋਕ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ। ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ, ਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਆ ਉਹ ਲਗਾਤਾਰ ਹੀ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਔਰ ਕਿਹਾ ਹੀ ਜਾ ਰਿਹਾ ਕਿ ਜਿੰਨੇ ਦੇਰ ਤੱਕ ਤਿੰਨੇ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਨਹੀਂ ਕਰ ਦਿੱਤੇ ਜਾਂਦੇ, ਤਦ ਤੱਕ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਜਾਰੀ ਰਹਿਣਗੇ। ਹਾਲਾਂਕਿ ਇਸ ਪ੍ਰਦਰਸ਼ਨ ਦੇ ਇੱਕ ਵੱਖਰਾ ਚਿਹਰਾ ਵੇਖਣ ਨੂੰ ਮਿਲਿਆ ਕਿ ਇੱਕ ਮੁਸਲਮਾਨ ਕਮਿਊਨਿਟੀ ਦੇ ਵੀ ਕਈ ਲੋਕ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਔਰ ਲਗਾਤਾਰ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਆ ਉਹਨਾਂ ਵੱਲੋਂ ਵੀ ਜਿਹੜੀ ਆ ਆਵਾਜ਼ ਜਿਹੜੀ ਆ ਉਹ ਚੁੱਕੀ ਜਾ ਰਹੀ ਹੈ ਔਰ ਕਿਹਾ ਹੀ ਜਾ ਰਿਹਾ ਕਿ ਇਹ ਕਿਸਾਨ ਮਾਰੂ ਜਿਹੜੇ ਆਰਡੀਨੈਂਸ ਦੇ ਬਿੱਲ ਬਣ ਚੁੱਕੇ ਨੇ ਇਹਨਾਂ ਨੂੰ ਵਾਪਸ ਲਿੱਤਾ ਜਾਵੇ। ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ ਅੰਮ੍ਰਿਤਸਰ। ਕੈਮਰਾਮੈਨ ਸਾਹਿਬਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ ਅੰਮ੍ਰਿਤਸਰ।